ਜੀ ਆਇਆਂ ਨੂੰ ਖੁਸ਼ਾਮਦੀਦ। ਪਸ਼ੂ ਪਾਲਕਾਂ ਦੇ ਸਵਾਲਾਂ ਨਾਲ ਜੁੜਿਆ ਉਸ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਪਾਵਰਡ ਬਾय KSA ਸਟ੍ਰॉ ਰੀਪਰ ਅ ਪ੍ਰੋਡਕਟ ਆਫ KS ਗਰੁੱਪ ਮਲੇਰਕੋਟਲਾ ਲੈ ਹਾਜ਼ਰ ਹਾਂ मैं। ਤੇ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ ਹੈ 8699037369 ਇਸ ਉੱਤੇ ਤੁਸੀਂ ਮਿਸਡ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਸਾਡਾ ਵਿਸ਼ਾ ਹੈ ਪਸ਼ੂਆਂ ਦਾ ਰੱਖੋ ਧਿਆਨ ਲੈ ਕੇ ਜੀਵ ਸੁਰੱਖਿਆ ਦਾ ਗਿਆਨ, ਜਿਸ ਬਾਰੇ ਗੱਲ ਕਰਨ ਲਈ ਜੋ ਸ਼ਖਸੀਅਤ ਸਾਡੇ ਨਾਲ ਨੇ ਉਹ 14 ਸਾਲ ਤੱਕ ਵੇਰਕਾ ਨਾਲ ਜੁੜੇ ਰਹੇ ਤੇ 25 ਸਾਲ ਤੱਕ ਡੇਅਰੀ ਡਿਵੈਲਪਮੈਂਟ ਡਿਪਾਰਟਮੈਂਟ ਪੰਜਾਬ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ਤੇ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਬਤੌਰ ਡਾਇਰੈਕਟਰ ਉੱਥੋਂ ਰਿਟਾਇਰ ਹੋਏ। ਇੰਦਰਜੀਤ ਸਰਾਂ ਸਾਹਿਬ ਜੀ ਆਇਆਂ ਨੂੰ। ਜੀ ਧੰਨਵਾਦ ਜੀ। ਸਰਾਂ ਸਾਹਿਬ, ਪਹਿਲਾ ਸਵਾਲ ਤੇ ਤੁਹਾਡੇ ਕੋਲ ਇਹੀ ਪੁੱਛਣਾ ਚਾਹਾਂਗਾ ਕਿ ਜੀਵ ਸੁਰੱਖਿਆ ਜੋ ਹੈ ਉਹ ਕਿਹਨੂੰ ਕਹਿੰਦੇ ਨੇ ਤੇ ਡੇਅਰੀ ਫਾਰਮਿੰਗ ਦੇ ਵਿੱਚ ਇਸ ਦੀ ਕੀ ਮਹੱਤਤਾ ਹੈ? ਹਾਂ, ਇਸ ਤੋਂ ਪਹਿਲਾਂ ਕਿ ਮੈਂ ਆਪਣੇ ਅਸਲੀ ਵਿਸ਼ੇ ਵੱਲ ਲਾਵਾਂ ਨਿਖਿਲ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਜਿਹੜਾ ਵਿਸ਼ਾ ਚੁਣਿਆ ਹੈ ਇਹ ਅੱਜ ਦੇ ਜ਼ਮਾਨੇ ਦੇ ਵਿੱਚ, ਅੱਜ ਦੇ ਯੁੱਗ ਦੇ ਵਿੱਚ ਇਹਦੀ ਬਹੁਤ ਮਹੱਤਤਾ ਹੈ ਜੀ। ਜੀਵ ਸੁਰੱਖਿਆ ਦੋਸਤੋ, ਕਿਸੇ ਵੀ ਜੀਵ ਨੂੰ ਉਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਬਿਮਾਰੀ ਪਨਪਣ ਜਾਂ ਪੈਦਾ ਹੋਣ, ਉਹਨੂੰ ਇੱਕ ਦੂਜੇ ਤੋਂ ਫੈਲਣ ਅਤੇ ਉਸ ਜੀਵ ਦੀ ਇਮਿਊਨਿਟੀ ਨੂੰ, ਜਾਣੀ ਕਿ ਬਿਮਾਰੀਆਂ ਦੇ ਲੜਨ ਦੀ ਸ਼ਕਤੀ ਨੂੰ ਜਿਹੜੀ ਸੁਰੱਖਿਆ ਕਹਿੰਦੇ ਆ ਉਹ ਜੀਵ ਸੁਰੱਖਿਆ ਕਹਿੰਦੇ ਆ। ਇਹ ਫੂਡ ਸੇਫਟੀ ਦੇ ਲਈ ਬਹੁਤ ਮਹੱਤਤਾ ਹੈ, ਇਸ ਕਰਕੇ ਇਹਨੂੰ ਜੀਵ ਬਾਇਓ ਸੇਫਟੀ ਜਾਂ ਬਾਇਓ ਸਿਕਿਉਰਿਟੀ ਵੀ ਕਹਿ ਦਿੰਦੇ ਆ। ਤੇ ਅੱਜ ਦੇ ਜ਼ਮਾਨੇ ਵਿੱਚ ਮੈਂ ਦੱਸੀ ਜੇ ਗੱਲ ਕਰਾਂ, ਕਿਉਂਕਿ ਆਪਾਂ ਸਾਰੇ ਕੋਵਿਡ ਦੀ ਮਹਾਮਾਰੀ ਨਾਲ ਜੂਝ ਰਹੇ ਹਾਂ। ਇੱਕ ਪਾਸੇ ਇਹ ਨਾਮਰਾਦ ਬਿਮਾਰੀ, ਦੂਜੇ ਪਾਸੇ ਜੇ ਮੈਂ ਆਪਣੇ ਮੁਲਕ ਦੀ ਗੱਲ ਕਰਾਂ ਤਾਂ ਭਾਵੇਂ ਸਾਡਾ ਮੁਲਕ ਦੁੱਧ ਪੈਦਾਵਾਰ ਸਭ ਤੋਂ ਵਿਸ਼ਵ ਵਿੱਚ ਪਹਿਲੇ ਨੰਬਰ ਤੇ ਹੈ ਜੀ, ਪਰ ਅੱਜ ਸਾਨੂੰ ਲੋੜ ਹੈ ਕਿ ਪ੍ਰੋਡਿਊਸ ਫਾਰ ਐਕਸਪੋਰਟ ਅਸੀਂ ਉਹ ਚੀਜ਼ ਨਿਕਲ ਜੀ ਪੈਦਾ ਕਰੀਏ ਜਿਹੜੀ ਕਿ ਬਾਹਰਲੇ ਮੁਲਕ ਜਾ ਸਕੇ। ਇਸ ਕਰਕੇ ਬਾਹਰਲੇ ਮੁਲਕ ਜਦੋਂ ਜਾਣਾ ਹੈ ਤਾਂ ਸਾਨੂੰ ਉਹਦੇ ਵਾਸਤੇ ਇਹ ਸਰਟੀਫਿਕੇਟ ਦੇਣਾ ਪੈਂਦਾ ਹੈ ਕਿ ਸਾਡਾ ਜਿਹੜਾ ਪਸ਼ੂ ਹੈ, ਜਿੱਥੋਂ ਸਾਡਾ ਪਸ਼ੂ ਧਨ ਹੈ, ਜਿੱਥੋਂ ਦੁੱਧ ਪੈਦਾ ਕੀਤਾ ਹੈ, ਉਹ ਬਿਮਾਰੀ ਮੁਕਤ ਹੈ। ਇਸ ਕਰਕੇ ਇਹਦੀ ਬਹੁਤ ਮਹੱਤਤਾ ਹੈ ਤੇ ਇਹਦੇ ਲਾਗੂ ਕੀਤੀ ਜਾਣੀ ਚਾਹੀਦੀ ਆ। ਔਰ ਮੈਂ ਧੰਨਵਾਦ ਕਰਦਾ ਕਿਉਂਕਿ ਇਹ ਤੁਸੀਂ ਵਿਸ਼ਾ ਚੁਣਿਆ, ਇਹਦੇ ਬਾਰੇ ਬਹੁਤ ਘੱਟ ਬੋਲਿਆ ਪੜ੍ਹਿਆ ਲਿਖਿਆ ਗਿਆ ਹੈ ਔਰ ਮੈਂ ਕੋਸ਼ਿਸ਼ ਕਰਾਂਗੇ ਆਪਾਂ ਕਿ ਕਿਸਾਨਾਂ ਤੱਕ ਇਹਦੀ ਗੱਲ ਸਹੀ ਢੰਗ ਨਾਲ ਪਹੁੰਚਾਈਏ। ਅੱਛਾ ਡਾਕਟਰ ਸਾਹਿਬ, ਕਈ ਵਾਰ ਅਸੀਂ ਵੇਖਿਆ ਕਿ ਜਿਹੜੇ ਕਿਸਾਨ ਵੀਰ ਨੇ ਉਹ ਆਪਣੇ ਫਾਰਮ ਤੇ ਲੱਖਾਂ ਰੁਪਏ ਖਰਚਦੇ ਨੇ, ਵਧੀਆ ਨਸਲ ਦੇ ਪਸ਼ੂ ਵੀ ਰੱਖਦੇ ਨੇ, ਪਰ ਫਿਰ ਵੀ ਜਦ ਜੀਵ ਸੁਰੱਖਿਆ ਲਾਗੂ ਕਰਨੀ ਹੁੰਦੀ ਹੈ ਉਹਨਾਂ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪਿੱਛੇ ਕੀ ਕਾਰਨ ਹੋ ਸਕਦੇ ਨੇ? ਕਈ ਵਾਰ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਮਿਸਕਨਸੈਪਸ਼ਨ ਜਾਂ ਕਿਸੇ ਤਰ੍ਹਾਂ ਦੀ ਭਾਵਨਾ ਕਰ ਜਾਂਦੀ ਹੈ ਕਿ ਜੇ ਮੈਂ ਮੰਨ ਲਓ ਹੁਣ ਜੋ ਆਪਾਂ FMD ਦਾ ਟੀਕਾ ਲਗਾਉਂਦੇ ਆ, ਅਸੀਂ ਵੀ ਇਹ ਕਹਿੰਦੇ ਆ ਕਿ ਜਿਹੜੇ FMD ਆ ਹਰੇਕ ਘਰ ਦੇ ਵਿੱਚ, ਹਰੇਕ ਪਿੰਡ ਦੇ ਵਿੱਚ ਤੇ ਹਰ ਗਊਸ਼ਾਲਾ 'ਚ ਲੱਗਣੀ ਚਾਹੀਦੀ ਹੈ। ਕਈ ਅਸੀਂ ਹੁਣ ਸਾਡਾ ਆਪਣਾ ਨਿੱਜੀ ਤਜਰਬਾ ਹੈ ਕਿ ਉਹ ਫਾਰਮਰ ਕਹਿੰਦਾ ਕਿ ਜੀ ਮੇਰਾ ਜੇ FMD ਦਾ ਟੀਕਾ ਲਵਾਇਆ ਤਾਂ ਮੇਰਾ ਦੁੱਧ ਘੱਟ ਜਾਣਾ ਇਹਦੇ ਨਾਲ, ਹਾਲਾਂਕਿ ਅਜਿਹਾ ਨਹੀਂ ਹੈ। ਇੱਕ ਦੋ ਦਿਨ ਜੇ ਫਰਕ ਪੈਂਦਾ ਤਾਂ ਦੁਬਾਰਾ ਪਸ਼ੂ ਉਸੇ ਸਟੇਜ 'ਤੇ ਪਹਿਲਾਂ ਆ ਜਾਂਦਾ ਹੈ। ਦੂਜੀ ਗੱਲ, ਜਿਵੇਂ ਆਪਾਂ ਇਹਨੂੰ ਮੁਹਿੰਮ ਦੇ ਤੌਰ 'ਤੇ ਚਲਾਉਣਾ ਚਾਹੀਦਾ ਹੈ। ਮੈਂ ਕਿਸਾਨਾਂ ਨੂੰ ਵੀ, ਮੇਰੀਆਂ ਅਗਾਂਹ ਵਧੂ ਸੰਸਥਾਵਾਂ, ਖਾਸ ਕਰਕੇ ਨੌਜਵਾਨ ਭਲਾਈ ਕਲੱਬ, ਉਹਨਾਂ ਨੂੰ ਪਾਸੇ ਵੱਲ ਆਉਣਾ ਚਾਹੀਦਾ। ਜਿਵੇਂ ਆਪਾਂ ਪੋਲੀਓ ਦੀ ਗੱਲ ਕਰਦੇ ਹਾਂ ਨਿਖਿਲ ਜੀ, ਕਿ ਆਪਾਂ ਕਹਿੰਦੇ ਕਿ ਇੱਕ ਵੀ ਬੱਚਾ ਰਹਿ ਗਿਆ, ਸੁਰੱਖਿਆ ਚੱਕਰ ਢਹਿ ਗਿਆ, ਉਵੇਂ ਸਾਨੂੰ FMD ਦਾ ਜਦੋਂ ਦੂਜੇ ਗਲ ਘੁੱਟੂ ਦੇ ਟੀਕੇ ਲਗਾਉਂਦੇ ਆ ਉਦੋਂ ਸਾਨੂੰ ਇਨਸ਼ੋਰ ਕਰਨਾ ਚਾਹੀਦਾ, ਪੰਚਾਇਤਾਂ ਨੂੰ ਵੀ, ਕਲੱਬਾਂ ਨੂੰ ਵੀ ਤੇ ਫਾਰਮਰ ਨੂੰ ਵੀ, ਗਾਂਹ ਵਧੂ ਨੂੰ ਵੀ, ਤੇ ਸਾਰੀਆਂ ਜਿਹੜੀਆਂ ਇਸ ਕੰਮ 'ਚ ਲੱਗੀਆਂ ਹੋਈਆਂ ਆਰਗੇਨਾਈਜੇਸ਼ਨ ਨੂੰ, ਕਿ ਕੋਈ ਪਸ਼ੂ ਰਹਿ ਨਾ ਜਾਵੇ। ਦੂਜਾ, ਕਈ ਵਾਰੀ ਪਸ਼ੂ ਜਿਹੜਾ ਵਾ ਜਦੋਂ ਆਪਾਂ ਟੀਕਾ ਛੱਡ ਦਿੰਦੇ ਆ, ਇੱਕ ਪਸ਼ੂ ਬਿਮਾਰ ਹੋ ਗਿਆ ਤਾਂ ਉਹ ਔਰ ਜਿਹੜੇ ਭਾਵੇਂ ਟੀਕਾ ਲੱਗਾ ਵੀ ਆ ਉਹਨੂੰ ਵੀ ਫੈਲ ਜਾਂਦੀ ਹੈ। ਤਾਂ ਤੀਜੀ ਗੱਲ ਜਿਹੜੀ ਉਹਦੇ 'ਚ ਹੈ ਕਿ ਜਿਹੜਾ ਕਈ ਵਾਰੀ ਫਾਰਮਰ ਕੀ ਕਰਦਾ ਕਿ ਉਹ ਡਾਕਟਰ ਸਾਹਿਬ ਨੂੰ ਕਹਿੰਦਾ ਕਿ ਮੈਂ ਟੀਕਾ ਆਪੇ ਲਗਾ ਲਾਂਗਾ, ਉਹ ਕਿਤੇ ਨਾ ਕਿਤੇ ਗੜਬੜ ਹੋ ਜਾਂਦੀ ਹੈ, ਕੋਲਡ ਚੇਨ ਟੁੱਟ ਗਈ ਜਾਂ ਕਿਤੇ ਨਾ ਕਿਤੇ ਰਹਿ ਗਿਆ। ਤੇ ਇਸ ਕਰਕੇ ਇਸ ਨੂੰ ਸਹੀ ਢੰਗ ਨਾਲ ਟੀਕਾਕਰਨ ਚਾਹੀਦਾ ਔਰ ਸਮੇਂ ਸਿਰ ਟੀਕਾਕਰਨ ਕਰਨਾ ਚਾਹੀਦਾ ਔਰ ਇਹਦੇ ਵਿੱਚ ਇਨਸ਼ੋਰ ਕਰਨਾ ਚਾਹੀਦਾ ਕਿ ਕੋਈ ਪਸ਼ੂ ਵਾਂਝਾ ਨਾ ਰਹਿ ਜੇ ਇਸ ਟੀਕੇ ਤੋਂ, ਤਾਂ ਵੀ ਜੀਵ ਸੁਰੱਖਿਆ ਜਿਹੜੀ ਆਪਣੀ ਕਾਇਮ ਰਹਿ ਸਕਦੀ ਹੈ। ਪਰ ਸਰਾਂ ਸਾਹਿਬ, ਜੇ ਕੋਈ ਕਿਸਾਨ ਵੀਰ ਹੈ ਜਾਂ ਪਸ਼ੂ ਪਾਲਕ ਹੈ ਉਹ ਜੀਵ ਸੁਰੱਖਿਆ ਨੂੰ ਨਹੀਂ ਅਪਣਾਉਂਦਾ ਤੇ ਇਸ ਦਾ ਉਸ ਨੂੰ ਨੁਕਸਾਨ ਵੀ ਕੋਈ ਹੋ ਸਕਦਾ? ਹਾਂ, ਇਹ ਤਾਂ ਡੇਅਰੀ ਫਾਰਮਿੰਗ ਦਾ ਖਾਸ ਕਰਕੇ ਤੇ ਪਸ਼ੂ ਪਾਲਣ ਦਾ ਆਧਾਰ ਹੀ ਜੀਵ ਸੁਰੱਖਿਆ ਹੈ। ਕਿਉਂਕਿ ਜਿਹੜੀ ਇਲਾਜ ਦੇ ਉੱਤੇ ਖਰਚਾ, ਫਿਰ ਇੱਕ ਮੈਂ ਪਹਿਲਾਂ ਗੱਲ ਕਰਕੇ ਆਇਆ ਨਾਮ ਦੀ ਗੱਲ, ਉਸ ਫਾਰਮ ਦੀ ਗੱਲ, ਫਿਰ ਸੂਬੇ ਦੀ ਗੱਲ, ਫਿਰ ਮੁਲਕ ਦੀ ਗੱਲ ਆ ਜਾਣੀ ਹੈ, ਉਹ ਖਰਾਬ ਹੋ ਗਿਆ। ਤੀਜਾ ਜਿਹੜਾ ਉਹਦੇ ਵਿੱਚ ਜਿਹੜਾ ਉਹਦੇ ਇਲਾਜ ਦੇ ਨਾਲੋਂ ਜੇ ਉਹਨੂੰ ਕੋਈ ਖੁਦਾ ਨਾ ਖਾਸਤਾ ਕਿਸੇ ਕਾਰਨ ਕਰਕੇ ਪਸ਼ੂ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਇੱਕ ਪਸ਼ੂ ਹੋ ਗਿਆ, ਇੱਕ ਪਸ਼ੂ ਨਵਾਂ ਆਇਆ,
ਉਹ ਤੋਂ ਬਾਅਦ ਜਿਹੜੀ ਉਹਦੀ ਪ੍ਰੋਡਕਸ਼ਨ, ਦੁੱਧ ਦੀ ਪੈਦਾਵਾਰ ਵੀ ਘਟ ਜਾਂਦੀ ਹੈ, ਪ੍ਰੋਡਕਟਿਵਿਟੀ ਵੀ ਘਟ ਜਾਂਦੀ ਹੈ, ਪਸ਼ੂ ਦੀ ਲੌਂਗੇਵਿਟੀ ਵੱਧ ਸੂਏ ਲੈਣ ਦੀ ਵੀ ਘਟ ਜਾਂਦੀ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹ ਆ ਜਾਂਦੀ ਕਿ ਪਸ਼ੂ ਜਦੋਂ ਖਤਮ ਹੋ ਜਾਂਦਾ, ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਮੇਰਾ ਬੀਮਾ ਕਰਵਾਇਆ। ਬੀਮਾ ਤਾਂ ਵੀਰ ਜੀ ਮਰਨ ਤੋਂ ਬਾਅਦ ਮਿਲਣਾ ਨਾ। ਜੇ ਪਸ਼ੂ ਖੜਾ ਰਿਹਾ ਤੇ ਉਹ ਬਿਮਾਰ ਹੋ ਗਿਆ ਤੇ ਉਹ ਇੱਕ ਰਿਜ਼ਰਵਰ ਦੇ ਤੌਰ ਤੇ ਜਾਂ ਕੈਰੀਅਰ ਤੌਰ ਤੇ ਦੂਜੇ ਪਸ਼ੂ ਤੇ ਜਾਂਦਾ ਰਿਹਾ। ਔਰ ਸਭ ਤੋਂ ਵੱਡੀ ਮੇਰੇ ਪੰਜਾਬ ਦੀ ਸਮੱਸਿਆ ਹੈ ਕਿ ਜੇ ਆਪਾਂ ਪਸ਼ੂਆਂ ਨੂੰ ਬਿਮਾਰੀ ਮੁਕਤ, ਭਾਵੇਂ ਅੰਦਰੂਨੀ ਬਿਮਾਰੀਆਂ ਭਾਵੇਂ ਬਾਹਰੀ ਬਿਮਾਰੀਆਂ ਕਰ ਲਈਏ, ਤਾਂ ਅਵਾਰਾ ਪਸ਼ੂਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ। ਇਸ ਕਰਕੇ ਜੀਵ ਸੁਰੱਖਿਆ ਪੰਜਾਬ ਦੇ ਹਿੱਤਾਂ ਲਈ ਬਹੁਤ ਜ਼ਰੂਰੀ ਹੈ। ਬਿਲਕੁਲ, ਜਿਵੇਂ ਕਿ ਸਰਾਂ ਸਾਹਿਬ ਨੇ ਕਿਹਾ ਹੈ ਕਿ ਅੱਜ ਦਾ ਜਿਹੜਾ ਵਿਸ਼ਾ ਉਸ ਬਾਰੇ ਬਹੁਤ ਘੱਟ ਚਰਚਾ ਹੋਈ ਹੈ, ਇਸ ਉੱਤੇ ਚਰਚਾ ਵੀ ਹੋਏਗੀ। ਤੁਹਾਡੇ ਜਿਹੜੇ ਸਵਾਲ ਨੇ ਉਹ ਵੀ ਅਸੀਂ ਸਰਾਂ ਸਾਹਿਬ ਤੱਕ ਪਹੁੰਚਾਵਾਂਗੇ, ਉਸ ਦੇ ਜਵਾਬ ਵੀ ਤੁਹਾਨੂੰ ਮਿਲਣਗੇ, ਬਸ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਤੇ ਅੱਜ ਦਾ ਵਿਸ਼ਾ ਹੈ ਪਸ਼ੂਆਂ ਦਾ ਰੱਖੋ ਧਿਆਨ, ਲੈ ਕੇ ਜੀਵ ਸੁਰੱਖਿਆ ਦਾ ਗਿਆਨ, ਜਿਸ ਬਾਰੇ ਸਾਡੇ ਨਾਲ ਗੱਲ ਕਰ ਰਹੇ ਨੇ ਇੰਦਰਜੀਤ ਸਰਾਂ ਸਾਹਿਬ, ਸਾਬਕਾ ਡਾਇਰੈਕਟਰ ਡੇਅਰੀ ਡਿਵੈਲਪਮੈਂਟ ਡਿਪਾਰਟਮੈਂਟ ਪੰਜਾਬ ਸਰਕਾਰ। ਤੇ ਜਿਵੇਂ ਮੈਂ ਸਰਾਂ ਸਾਹਿਬ ਕਿਹਾ ਸੀ ਕਿ ਹੁਣ ਕਿਸਾਨ ਵੀਰ ਸਾਡੇ ਨਾਲ ਜੁੜਨਗੇ ਕਾਲ ਦੇ ਜ਼ਰੀਏ। ਉਹਨਾਂ ਦਾ ਸਵਾਲ ਕੀ ਹੈ, ਪਹਿਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ, ਉਹ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਰ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ, ਮੈਂ ਦੋਦਰ ਤੋਂ ਬੋਲਦਾ ਜੀ। ਹਾਂਜੀ, ਆਪਣਾ ਸਵਾਲ ਪੁੱਛੋ ਜੀ। ਮੇਰਾ ਸਵਾਲ ਇਹ ਆ ਜੀ, ਆਪਣਾ ਕਿਹੜੇ ਕਾਰਨ ਆ ਜੋ ਪਸ਼ੂ ਜੀਵਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਦੇ ਆ ਜੀ, ਸੁਰੱਖਿਅਤਾ ਨੂੰ ਪ੍ਰਭਾਵਿਤ ਕਰਦੇ ਆ, ਤੇ ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਜੀ? ਹਾਂ, ਮੈਂ ਸਮਝ ਗਿਆ ਗੱਲ ਤੁਹਾਡੀ। ਆਪਣਾ ਕਿਸਾਨ ਵੀਰੋ, ਮੈਂ ਤੁਹਾਡੀ ਗੱਲ ਸਮਝ ਗਿਆ ਵਾਂ। ਤੁਸੀਂ ਇਹ ਪੁੱਛਿਆ ਵੀ ਕਿਹੜੇ ਕਾਰਨ ਨੇ, ਕਿਹੜੇ ਕਾਰਕ ਨੇ ਕਿ ਪਸ਼ੂਆਂ ਦੀ ਜੀਵ ਸੁਰੱਖਿਆ ਜਿਹੜੇ ਖਤਰੇ 'ਚ ਪਾਉਂਦੇ ਨੇ। ਇਹ ਬੇਸਿਕਲੀ ਦੇਖੋ ਜੀ, ਦੋ ਤਰ੍ਹਾਂ ਦੇ ਕਾਰਕ ਨੇ। ਇੱਕ ਤਾਂ ਉਹ ਕਿ ਜਿਹੜੇ ਸਾਡੇ ਫਾਰਮ ਦੇ ਵਿੱਚ ਨੇ, ਇੱਕ ਉਹ ਨੇ ਜਿਹੜੇ ਕੋਈ ਫਾਰਮ ਤੋਂ ਬਾਹਰੋਂ ਆ ਜਾਂਦੇ ਨੇ। ਉਹ ਫਾਰਮ ਦੇ ਵਿੱਚ ਮਿਸਾਲ ਵਜੋਂ ਸਾਡੇ ਕੋਲ 20 ਐਨੀਮਲ ਨੇ ਜਾਂ 20 ਗਾਵਾਂ ਨੇ। ਇੱਕ ਗਾਂ, ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਉਸ ਨੂੰ ਕੋਈ ਔਰ ਹੈ, ਕੋਈ ਮਰਜ਼ ਹੈ, ਜਾਂ ਉਸ ਨੂੰ ਕੋਈ ਟੀਕਾਕਰਨ ਨਹੀਂ ਹੋਇਆ, ਉਸ ਨੂੰ ਕੋਈ ਬਿਮਾਰੀ ਪਹਿਲੀ ਹੋਈ ਆ, ਉਸ ਨੂੰ ਇਮੀਡੀਏਟਲੀ ਦੂਜੇ ਨਾਲੋਂ ਵੱਖਰਾ ਕਰਨਾ ਚਾਹੀਦਾ। ਜਿਹੜਾ ਕਿ ਆਪਾਂ ਨਹੀਂ ਕਰਦੇ, ਉਹਦੇ ਨਾਲ ਕੰਟੈਮੀਨੇਸ਼ਨ ਹੋ ਕੇ ਦੁਬਾਰਾ ਹੋ ਜਾਂਦੀ ਹੈ। ਫਿਰ ਅਸੀਂ ਆਮ ਤੌਰ ਤੇ ਵੇਖਿਆ, ਖਾਸ ਕਰਕੇ ਪੰਜਾਬ ਦੇ ਵਿੱਚ, ਕਿ ਫਾਰਮ ਦੇ ਉੱਤੇ ਬੇਸਿਕਲੀ ਜਦੋਂ ਕੋਈ ਬਾਹਰੋਂ ਬੰਦਾ ਆਉਂਦਾ ਹੈ, ਚਾਹੇ ਉਹ ਸਾਡਾ ਵੀ ਕੰਮ ਆ ਕਿਉਂ ਨਾ ਹੋਵੇ, ਜੇ ਬਿਮਾਰ ਹੈ ਤੇ ਜੇ ਬਾਹਰੋਂ ਬੰਦਾ ਆਇਆ ਤਾਂ ਉਹ ਬਿਮਾਰੀ ਨਾਲ ਲੈ ਕੇ ਆਇਆ, ਤਾਂ ਉਹ ਬਿਮਾਰੀ ਜਿਹੜੀ ਆ ਉਹ ਮਨੁੱਖ ਤੋਂ ਐਨੀਮਲ ਨੂੰ ਜਾਂ ਐਨੀਮਲ ਤੋਂ ਐਨੀਮਲ ਨੂੰ ਹੋ ਜਾਂਦੀ ਹੈ। ਤੀਜੀ ਗੱਲ ਜਿਹੜੀ ਇਹਦੇ ਵਿੱਚ ਆਮ ਤੌਰ ਤੇ ਅਸੀਂ ਇਹ ਸਮਝਦੇ ਕਿ ਤਾਂ ਪਸ਼ੂ ਹੈ, ਪਸ਼ੂ ਨੂੰ ਕੀ ਹੈ, ਇਹਦੀ ਰਜਿਸਟੈਂਸ ਪਾਵਰ ਹੈਗੀ ਹੈ, ਉਹ ਹੁਣ ਗੱਲਾਂ ਨਹੀਂ ਰਹੀਆਂ। ਕਿਉਂਕਿ ਜਦੋਂ ਦਾ ਇਹ ਐਗਜ਼ੋਟਿਕ ਬਲੱਡ ਆਇਆ, ਖਾਸ ਕਰਕੇ ਵਿਲਾਇਤੀ ਗਾਵਾਂ ਦੀ ਆਈ ਹੈ, ਇਹਨਾਂ ਨੂੰ ਬਿਮਾਰੀਆਂ ਦੀ ਸਹਿਣ ਸ਼ਕਤੀ ਘੱਟ ਹੈਗੀ ਹੈ। ਇਹਦੇ ਵਿੱਚ ਜਿਹੜਾ ਸਾਡਾ ਸਭ ਤੋਂ ਵੱਡਾ ਜਿਹੜਾ ਸਿਖਾਵਾਂ ਮਾਹੌਲ, ਸ਼ੈੱਡ ਦਾ ਸਫਾਈ, ਸ਼ੈੱਡ ਦੀ ਸਫਾਈ ਦੇ ਨਾਲ ਤਿੰਨ ਗੱਲਾਂ ਦੀ ਸਫਾਈ। ਖੁਰਲੀ, ਮੈਂ ਬਹੁਤ ਘੱਟ ਵੇਖਿਆ ਕਿ ਬੰਦਾ ਖੁਰਲੀ ਬਿਲਕੁਲ ਸਾਫ਼ ਕਰਦਾ ਰੋਜ਼ਾਨਾ। ਮੈਂ ਬਹੁਤ ਘੱਟ ਲੋਕ ਵੇਖਦੇ ਆ ਕਿ ਜਿਹੜੀ ਪਾਣੀ ਵਾਲੀ ਖੇਲ ਆ ਉਹ ਢੱਕੀ ਹੋਈ ਆ, ਉਹਦੇ ਉੱਤੇ ਬੱਡ ਵੀ ਆ ਜਾਂਦੇ ਆ, ਬਿੱਠਾਂ ਵੀ ਕਰੀ ਜਾਂਦੇ ਆ, ਤੇ ਉਹਦੇ ਵਿੱਚੋਂ ਪਾਣੀ ਕੰਟੈਮੀਨੇਟ ਹੋ ਜਾਂਦਾ ਹੈ। ਮੈਂ ਬਹੁਤ ਘੱਟ ਲੋਕ ਦੇਖਿਆ ਕਿ ਜਿਹੜਾ ਸ਼ੈੱਡ ਡੇਲੀ ਸਾਫ਼ ਕਰਦੇ ਆ। ਉਹ ਇਹ ਕਹਿੰਦੇ ਆ ਕਿ ਸ਼ੈੱਡ ਨੂੰ ਕੋਈ ਗੱਲ ਨਹੀਂ, ਦੂਜੇ ਤੀਜੇ ਦਿਨ ਬਾਅਦ ਸਾਫ਼ ਕਰ ਲਓ। ਉੱਥੋਂ ਜਿਹੜੇ ਜੀਵਾਣੂ ਜਾਂ ਵਿਸ਼ਾਣੂ ਨੇ ਮੁੜ ਖੁਰਾਕ ਦੇ ਵਿੱਚ, ਤੇ ਖੁਰਾਕ ਤੋਂ ਪਸ਼ੂ ਦੇ ਅੰਦਰ, ਅੰਦਰੋਂ ਦੁਬਾਰਾ ਬਾਹਰ, ਇਹੀ ਸਰਕਲ ਚੱਲੀ ਜਾਂਦਾ ਹੈ। ਤੇ ਸ਼ੈੱਡ ਦੇ ਅੰਦਰ ਮੈਂ ਗੱਲਾਂ ਕਰਨਾ ਤਾਂ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਸ਼ੈੱਡ ਜਿਹੜਾ ਅਸੀਂ ਡਿਜ਼ਾਈਨ ਕੀਤਾ ਹੈ, ਉਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਖੁਰਲੀ ਅੰਦਰੋਂ ਗੋਲ ਹੋਵੇ, ਪਾਣੀ ਵਾਲੀ ਖੇਲ ਸਟੇਨਲੈਸ ਸਟੀਲ ਦੀ ਹੋਵੇ, ਤੇ ਤੀਜੀ ਗੱਲ ਜਿਹੜੀਆਂ ਤੇੜਾ ਨਾ ਹੋਣ। ਜਿਹੜੀਆਂ ਆ ਜੀਵਾਣੂ ਨੇ, ਬਾਹਰਲੇ ਨੇ, ਮਲੱਪ ਨੇ, ਜਾਂ ਹੋਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਜੀਵ ਨੇ, ਉਹ ਤੇੜਾ 'ਚ ਰਹਿੰਦੇ ਨੇ, ਦੁਬਾਰਾ ਫਿਰ ਸਰਕਲ 'ਚ ਉੱਥੇ ਆ ਜਾਂਦੇ ਨੇ। ਇਸ ਤਰੀਕੇ ਨਾਲ ਜਿਹੜਾ ਹੁਣ ਖੁਰਾਕ ਦੀ ਗੱਲ ਕਰਦੇ ਆ, ਹੁਣ ਸਾਈਲੇਜ ਤੇ ਆ ਗਏ ਆ। ਸਾਈਲੇਜ ਦੇ ਵਿੱਚ ਸਾਨੂੰ ਰੋਕਣਾ ਪਊਗਾ ਕਿ ਅਫਲਾਟੋਕਸਿਨ ਲੈਵਲ ਕਿੰਨਾ ਹੈ। ਉਹਦੇ 'ਚ ਫੰਗਸ ਤਾਂ ਨਹੀਂ ਹੈਗਾ, ਉਹ ਫੰਗਸ ਗਰੋ ਕੀਤਾ ਤਾਂ ਪਸ਼ੂ ਦੇ ਵਿੱਚ ਆਏਗਾ। ਤੇ ਉਸ ਤੋਂ ਬਾਅਦ ਜਦੋਂ ਕਹਿੰਦੇ ਆ ਕਿ ਜਦੋਂ ਵੇਲਾ ਗਵਾਚੇ, ਤੇ ਉਸ ਤੋਂ ਬਾਅਦ ਉਹ ਅੱਕੀ ਪਲਾਈ ਹੱਥ ਮਾਰਨ ਵਾਲੀ ਗੱਲ ਹੋ ਜਾਂਦੀ ਹੈ। ਫੀਡ ਦੀ ਮੈਂ ਗੱਲ ਕਰ ਲਾਂ, ਫੀਡ ਦੇ ਵਿੱਚ ਹੀ ਫੰਗਸ ਆਉਣ ਦੇ ਚਾਂਸ ਹੈ। ਫੀਡ ਨੂੰ ਸਟੋਰ ਕਰਨਾ ਹੈ ਤਾਂ ਉਹਦੇ 'ਚ ਜ਼ਰੂਰੀ ਹੈ ਕਿ ਇੱਕ ਤਾਂ 20 ਦਿਨ ਤੋਂ ਬਾਅਦ ਫੀਡ ਨਾਲ ਰੱਖੋ, ਉਹਨੂੰ ਕੰਜ਼ਿਊਮ ਕਰੋ। ਦੂਜੀ ਗੱਲ ਜਿਹੜੀ ਲੱਕੜ ਦੇ ਕਰੇਟਾਂ 'ਤੇ ਰੱਖੋ। ਕਈ ਪਿੰਡਾਂ ਜਾ ਕੇ ਵੇਖੀਦਾ ਵਿੱਚੇ ਖਾਦ ਪਈ ਆ, ਵਿੱਚੇ ਰੇਹ ਪਈ ਆ, ਵਿੱਚੇ ਸਪਰੇਅ ਪਈ ਆ, ਵਿੱਚੇ ਉਹੀ ਫੀਡ ਵਾਲਾ ਕਮਰਾ ਹੈ, ਉਹ ਅਲੱਗ-ਅਲੱਗ ਕਰਨਾ ਪਊਗਾ। ਇਸ ਤਰੀਕੇ ਨਾਲ ਜਿਹੜੇ ਪਸ਼ੂ ਨੇ ਸਾਡੇ ਕੋਲ, ਜਿਵੇਂ ਆਪਾਂ ਵੈਕਸੀਨੇਸ਼ਨ ਦੀ ਗੱਲ ਕੀਤੀ ਹੈ, ਜਿਹੜੇ ਪਸ਼ੂ ਬਿਮਾਰ ਨੇ ਉਹਨਾਂ ਨੂੰ ਜੇ ਉਹਨਾਂ ਦੀ ਥੋੜ੍ਹੀ ਜਿਹੀ ਚਵਾਈ ਕਰਨੀ ਹੈ ਤਾਂ ਉਹ ਬਾਅਦ 'ਚ ਕੀਤੀ ਜਾਵੇ, ਨਾ ਕਿ ਬਿਮਾਰ ਤੋਂ ਸਿਹਤਮੰਦ ਪਸ਼ੂ ਵੱਲ ਲਾਇਆ ਜਾਵੇ। ਬੱਚਿਆਂ ਨੂੰ ਅਲੱਗ ਕੀਤਾ ਜਾਵੇ। ਹੁਣ ਜਿਹੜੇ ਆਪਾਂ ਸ਼ੈੱਡ ਡਿਜ਼ਾਈਨ ਕੀਤੇ ਨੇ, ਡੇਅਰੀ ਡਿਵੈਲਪਮੈਂਟ ਆਪਾਂ ਕੀਤੇ ਸੀ ਜਿਹੜੇ, ਉਹਦੇ ਵਿੱਚ ਸੈਗਰੀਗੇਸ਼ਨ ਗਰੁੱਪ ਬਣਾਏ ਹੋਏ ਨੇ। ਮੈਂ ਪਹਿਲਾਂ ਬੇਨਤੀ ਕਰਕੇ ਆਇਆ ਕਿ ਹਰੇਕ ਦੇ ਬੰਦੇ ਦੇ ਵੱਸ ਦੀ, ਪਰ ਜਿਨ੍ਹਾਂ ਦੇ ਵੱਸ ਹੈ ਉਹ ਪਸ਼ੂ ਨੂੰ ਸੂਣ ਤੋਂ ਪਹਿਲਾਂ, ਸੂਣ ਤੋਂ ਬਾਅਦ ਅਲੱਗ ਕਰਨ,
ਨਵੇਂ ਕਾਫ ਨੂੰ ਜਦੋਂ ਪੈਦਾ ਹੋਇਆ ਉਸ ਨੂੰ ਉਹਦਾ ਜਿਹੜਾ ਬੌਲਾ ਦੇਣ ਤੋਂ ਬਾਅਦ ਉਹਨੂੰ ਵੀ ਸਫਾਈ ਤੇ ਅਲੱਗ ਕਰਨ, ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਸ਼ੈੱਡ ਦਾ ਆਲਾ ਦੁਆਲਾ ਉਹ ਸਾਫ਼ ਰੱਖਣ। ਜੇ ਸ਼ੈੱਡ ਹੀ ਸਾਡਾ ਛੱਪੜ ਦੇ ਕੰਢੇ ਆ, ਜੇ ਸ਼ੈੱਡ ਹੀ ਸਾਡਾ ਜਿਹੜਾ ਵਾ ਹੱਡਾ ਰੋੜੀ ਦੇ ਨੇੜੇ ਆ, ਤਾਂ ਉੱਥੋਂ ਕੰਟੈਮੀਨੇਸ਼ਨ ਹੋ ਸਕਦੀ ਹੈ। ਇਹ ਹੋ ਗਏ ਅੰਦਰੂਨੀ ਕਾਰਨ। ਹੁਣ ਆ ਗਿਆ ਬਾਹਰਲਾ। ਬਾਹਰ 'ਚ ਅਸੀਂ ਪਸ਼ੂ ਲੈਣ ਜਾਂਦੇ ਆ, ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਲਵੇਰੀ ਚੋ ਕੇ ਤੇ ਹਾਲੀ ਜੋ ਕੇ। ਹੁਣ ਮੈਂ ਥੋੜ੍ਹੀ ਜਿਹੀ ਚੇਂਜ ਕਰ ਰਿਹਾ ਕਿ ਉਹ ਜਿਹੜੀ ਲਵੇਰੀ ਆ ਉਹ ਟੈਸਟ ਕਰਕੇ ਲੈਣੀ ਆ। ਤੋ ਆਪਣਾ ਵੀ ਰਿਕਾਰਡ ਰੱਖੀਏ ਕਦੋਂ ਵੈਕਸੀਨੇਸ਼ਨ ਹੋਈ ਸੀ, ਕਦੋਂ ਇਹਦੀ ਵੈਕਸੀਨੇਸ਼ਨ ਦੁਬਾਰਾ ਡਿਊ ਹੈ। ਬਟ ਜਿਹੜੀ ਅਸੀਂ ਲੈਣੀ ਆ ਉਹਦੀ ਚਾਹੇ ਬਰੂਸੀਲੋਸਿਸ ਟੈਸਟ ਹੈ, ਚਾਹੇ ਮੈਸਟਾਈਟਿਸ ਟੈਸਟ ਹੈ, ਚਾਹੇ ਉਹਦਾ ਜਿਹੜਾ FMD ਹੈ ਉਹ ਚੈੱਕ ਕਰਕੇ ਲਈਏ। ਜੇ ਆਪਾਂ ਨੂੰ ਪਤਾ ਹੈ ਕਿ ਬਿਮਾਰੀ ਆ ਔਰ ਹੈ ਤੇ ਉਹ ਆਪਾਂ ਲਿਆ ਕੇ ਆ ਰਹੇ ਆ ਆਪਣੇ ਪਸ਼ੂਆਂ 'ਚ, ਤਾਂ ਆਪਾਂ ਤਾਂ ਇੱਕ ਬਿਮਾਰੀ ਖਰੀਦ ਕੇ ਹੋਰ ਨਵੀਂ ਲੈ ਆਉਂਦੀ। ਤੇ ਜੇ ਉਹ ਲਿਆਉਣੀ ਵੀ ਆ ਤਾਂ ਉਹਨੂੰ ਘੱਟੋ ਘੱਟ 4 ਹਫ਼ਤੇ ਇੱਕ ਵੱਖਰੇ ਪਾਸੇ ਰੱਖੋ, ਉਹਨੂੰ observe ਕਰੋ, ਉਹਦੀਆਂ ਨਿਸ਼ਾਨੀਆਂ ਸਿਹਤ ਦੀਆਂ ਉਹਨੂੰ ਚੈੱਕ ਕਰੋ, ਔਰ ਉਹ ਚੈੱਕ ਕਰਨ ਤੋਂ ਬਾਅਦ ਮਹੀਨੇ ਬਾਅਦ ਉਸ ਨੂੰ ਦੂਜੇ ਪਸ਼ੂਆਂ ਨਾਲ ਮਿਲਾਓ। ਦੂਜੀ ਗੱਲ ਜਿਹੜੀ ਬਾਹਰਲੀ ਕਾਰਨ ਹੈ ਕਿ ਬਾਹਰੋਂ ਕਈ ਵਾਰੀ ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ, ਹੁਣ ਸੰਤ ਪਰਾਗਾ ਟਰੈਕਟਰ ਟਰਾਲੀ ਆਈ, ਆਪਾਂ ਨੂੰ ਲੱਗਦਾ ਕੁਛ ਨਹੀਂ ਇਹਦੇ 'ਚ। ਕੰਟੈਮੀਨੇਸ਼ਨ ਉਹਦੇ ਤੋਂ ਵੀ ਆ ਸਕਦੀ ਆ, ਕੰਟੈਮੀਨੇਸ਼ਨ ਬਾਹਰਲੀ ਪੌਣ ਪਾਣੀ ਤੋਂ ਵੀ ਆ ਸਕਦੀ ਆ, ਕੰਟੈਮੀਨੇਸ਼ਨ ਜਿਹੜਾ ਬਾਹਰਲੀ ਹਵਾ ਦੇ ਨਾਲ ਜਿਹੜਾ ਵੀ ਪਸ਼ੂ ਜਾਂ ਜਿਹੜੀ ਵੀ ਚੀਜ਼ ਅੰਦਰ ਆਉਂਦੀ ਆ ਉਹ ਆਉਣੀ ਚਾਹੀਦੀ ਹੈ। ਇਸ ਵਾਸਤੇ ਜ਼ਰੂਰੀ ਹੈ ਕਿ ਪਸ਼ੂਆਂ ਦੇ ਜਿਹੜਾ ਸ਼ੈੱਡ ਆ ਜਾਂ ਪਸ਼ੂਆਂ ਦੇ ਕੋਲੇ ਜਾਣ ਤੋਂ ਪਹਿਲਾਂ ਇੱਕ ਕੰਮ ਜ਼ਰੂਰ ਆਪਾਂ ਕਰ ਲਿਆ ਕਰੀਏ, ਜਿਹੜੇ ਕਰ ਸਕਦੇ ਨੇ। ਉਹ ਹੈ ਕਿ ਜਦੋਂ ਪਸ਼ੂ ਐਂਟਰ ਕਰਦਾ ਹੈ ਜਾਂ ਸਾਡਾ ਟਰਾਲੀ ਜਾਂ ਟਰੈਕਟਰ ਐਂਟਰ ਕਰਦਾ ਜਾਂ ਕੋਈ ਮਨੁੱਖ ਵੀ ਐਂਟਰ ਕਰਦਾ ਹੈ, ਉਹਦੇ ਜਿਹੜੇ ਵਾਟਰ ਬਾਥ ਉਹਦੇ ਵਿੱਚ ਡਿਸਇਨਫੈਕਟਡ ਦਵਾਈ ਪਾ ਕੇ ਉਹਦੇ ਟਾਇਰ ਜਾਂ ਉਹ ਪਸ਼ੂ ਦੇ ਖੁਰ ਉਹਦੇ ਵਿੱਚ ਲੰਘਣੇ ਚਾਹੀਦੇ, ਤਾਂ ਜੋ ਕਿ ਚਾਹੇ FMD ਹੈ ਚਾਹੇ ਕੋਈ ਹੋਰ ਬਿਮਾਰੀ ਹੈ ਉਹ ਪਸ਼ੂ ਦੇ ਨਾਲ ਨਾ ਆਵੇ। ਬਾਹਰਲੇ ਮੁਲਕਾਂ ਦੇ ਵਿੱਚ ਬੜੇ ਸਖਤ ਪ੍ਰੋਟੋਕੋਲ ਨੇ, ਜਿਹੜੀ ਪਹਿਲਾਂ ਗੱਲ ਕਰਕੇ ਆਇਆ। ਇਸ ਤਰ੍ਹਾਂ ਬੰਦਾ ਸਿੱਧਾ ਅੰਦਰ ਨਹੀਂ ਆ ਸਕਦਾ, ਉਹਨੂੰ ਬਕਾਇਦਾ ਬੂਟ ਵਗੈਰਾ ਪਾ ਕੇ, ਉਹਨੂੰ ਬਕਾਇਦਾ ਆਪਣੇ ਗਮ ਬੂਟ ਪਾ ਕੇ ਔਰ ਆਪਣਾ ਡਿਸਇਨਫੈਕਟ ਕਰਕੇ ਇਵੇਂ ਆਉਣਾ ਪਊਗਾ। ਔਰ ਜਿਹੜੀ ਮੈਂ ਗੱਲ ਕਰਦਾ ਕਰੋਨਾ ਦੇ ਵਿੱਚ ਗੱਲ ਕੀਤੀ ਸ਼ੁਰੂ ਦੇ ਵਿੱਚ ਨਿਖਲ ਜੀ ਕੀਤੀ ਸੀ, ਉਹੀ 2 ਗਜ ਦੀ ਦੂਰੀ, ਉਹੀ ਮਾਸਕ, ਉਹ ਆਪਾਂ ਹੁਣ ਜਿਹੜੀ ਸਮਝੇ ਆ ਇਹ ਪਹਿਲਾਂ ਤੋਂ ਵੀ ਹੋਣਾ ਚਾਹੀਦਾ ਸੀ, ਮਨੁੱਖ ਦੇ ਵਿੱਚ ਵੀ ਤੇ ਪਸ਼ੂਆਂ ਦੇ ਵਿੱਚ ਵੀ। ਇਹ ਬਾਹਰਲੇ ਤੇ ਅੰਦਰੂਨੀ ਕਾਰਨ ਜਿਹੜੇ, ਇਹਨਾਂ ਕਾਰਨਾਂ ਤੋਂ ਇਲਾਵਾ ਸਾਨੂੰ ਇਹ ਵੇਖਣਾ ਪਊਗਾ ਕਿ ਜਿਹੜੇ ਮਰੇ ਪਸ਼ੂ ਨੇ, ਆਮ ਤੌਰ ਤੇ ਮਰੇ ਪਸ਼ੂ ਅਸੀਂ ਅੱਡਾ ਰੋੜੀ 'ਚ ਪਏ ਆ ਜਾਂ ਗਾਂ ਮਰੀ ਪਈ ਆ 2 ਦਿਨ ਚੱਕੀ ਨਹੀਂ, ਉਹ ਜਰਮ ਪੈਦਾ ਹੋਣਗੇ, ਕਿਰਮ ਪੈਦਾ ਹੋਣਗੇ, ਦੁਬਾਰਾ ਫਿਰ ਨਵੇਂ ਪਸ਼ੂ ਦੇ ਆਉਣਗੇ। ਤਾਂ ਉਹਨੂੰ ਇਮੀਡੀਏਟਲੀ ਡਿਸਪੋਜ਼ ਆਫ ਕਰੀਏ, ਔਰ ਉਹਦਾ ਵੀ ਕੋਈ ਸਾਧਨ ਸਰਕਾਰ ਨੂੰ ਵੀ ਦੂਜੀਆਂ ਕੰਮ ਜਥੇਬੰਦੀਆਂ ਨੂੰ ਸੋਚਣਾ ਪਊਗਾ ਕਿ ਉਹ ਵੀ ਹੱਡਾ ਰੋੜੀ 'ਤੇ ਪਿਆ, ਕੁੱਤੇ ਦੁਆਰਾ ਫਿਰ ਜਾਨਵਰਾਂ ਨਾਲ ਹੀ ਦੁਬਾਰਾ ਉੱਥੇ ਸਰਕਲ ਚੱਲੀ ਜਾਂਦਾ, ਉਹਦਾ ਪ੍ਰੋਪਰ ਦਬਾਉਣਾ ਹੈ, ਚਾਹੇ ਉਹਦਾ ਰੈਂਡਰਿੰਗ ਕਰਨੀ ਹੈ, ਚਾਹੇ ਉਹਦਾ ਕਿਤੇ ਵੀ ਕਰਨਾ ਹੈ। ਉਹ ਕੰਟੈਮੀਨੇਸ਼ਨ ਵੀ ਬਹੁਤ ਵੱਡੀ ਹੈ ਜਿਹੜੀ ਕਿ ਆਪਾਂ ਨੂੰ ਰੋਕਣੀ ਪੈਣੀ ਹੈ। ਬਿਲਕੁਲ, ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਸਰਾਂ ਸਾਹਿਬ ਵੱਲੋਂ ਦਿੱਤੀ ਜਾ ਰਹੀ ਹੈ। ਤੇ ਸਰਾਂ ਸਾਹਿਬ ਹੁਣ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਆਪਣੇ ਸਵਾਲ ਦੇ ਨਾਲ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਜਸਵੀਰ ਸਿੰਘ ਬੋਲ ਰਿਹਾ ਮੋਰਿੰਡੇ ਤੋਂ। ਹਾਂਜੀ, ਆਪਣਾ ਸਵਾਲ ਪੁੱਛੋ ਜੀ। 30 ਐਨੀਮਲ ਨੇ ਮੇਰੇ ਕੋਲ। ਤੇ ਸਰ ਮੇਰਾ ਸਵਾਲ ਇਹ ਆ ਵੀ ਜਦ ਆਪਾਂ ਇੱਕ ਫਾਰਮ ਤੋਂ ਦੂਜੇ ਫਾਰਮ ਜਾਂਦੇ ਆ ਜਾਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦੇ ਆ, ਠੀਕ ਹੈ ਜੀ, ਤਾਂ ਪਸ਼ੂਆਂ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ ਨੇ, ਠੀਕ ਹੈ, ਜਿਨ੍ਹਾਂ ਬਾਰੇ ਆਪਾਂ ਨੂੰ ਜਾਣਕਾਰੀ ਆ, ਠੀਕ ਹੈ ਜੀ। ਪਰ ਜਦ ਆਪਾਂ ਇੱਕ ਸੂਬੇ ਤੋਂ ਦੂਜੇ ਸੂਬੇ ਜਾਂਦੇ ਆ ਜਾਂ ਇੱਕ ਦੇਸ਼ ਤੋਂ ਦੂਜੇ ਸੂਬੇ ਜਾਂਦੇ ਆ, ਕੀ ਉਹ ਪਸ਼ੂਆਂ ਦੀ ਸੁਰੱਖਿਆ ਲਈ ਸਹੀ ਕਦਮ ਆ ਜੀ ਉਹ? ਹਾਂ, ਇਹ ਜਸਵੀਰ ਬਹੁਤ ਸਹੀ ਕਦਮ ਹੈ, ਕਿਉਂਕਿ ਆਪਾਂ ਵੇਖਿਆ, ਜੇ ਆਪਾਂ ਮੇਲੇ ਕਰਾਉਂਦੇ ਆ, ਜਦੋਂ ਆਪਾਂ ਮੇਲੇ ਕਰਾਉਂਦੇ ਆ ਜਾਂ ਆਪਾਂ ਸ਼ੋਅ ਲਾਉਂਦੇ ਆ, ਉਦੋਂ ਵੀ ਆਪਾਂ ਇਹ ਕਹਿੰਦੇ ਆ ਕਿ FMD ਫੈਲੀ ਹੋਈ ਆ ਜੀ, ਪੰਜਾਬ 'ਚ ਫੈਲੀ ਆ ਤਾਂ ਹਰਿਆਣਾ ਦਾ ਰਾਜਸਥਾਨ ਦਾ ਜਿਹੜਾ ਪਸ਼ੂ ਇੱਧਰ ਨਾ ਆਵੇ। ਜੇ ਉਹਨਾਂ ਸੂਬੇ ਫੈਲੀ ਆ ਤਾਂ ਅਸੀਂ ਆਪਣੇ ਬੈਨ ਲਾ ਦਿੰਦੇ ਆ, ਅਸੀਂ ਚੈੱਕ ਪੋਸਟਾਂ ਲਾ ਦਿੰਦੇ ਆ। ਹੁਣ ਵੀ ਤੁਸੀਂ ਵੇਖਿਆ ਹੋਊਗਾ ਬੋਰ ਵਾਲੇ ਪਾਸੇ, ਫਾਜ਼ਿਲਕਾ ਵਾਲੇ ਪਾਸੇ ਜਾਂ ਇੱਧਰ ਸੰਗਰੂਰ ਦੇ ਬਾਰਡਰ ਤੇ ਅਸੀਂ ਜਿਹੜੇ ਚੈੱਕ ਪੋਸਟਾਂ ਲਾ ਦਿੰਦੇ, ਜੋ FMD ਸਾਰੇ ਸੂਬਿਆਂ 'ਚ ਫੈਲੀ ਹੁੰਦੀ ਹੈ। ਔਰ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਸੂਬੇ ਤੋਂ ਸੂਬੇ ਤੱਕ ਚਾਹੇ ਉਹ ਗੁੱਜਰਾਂ ਦੇ ਐਨੀਮਲ ਨੇ ਚਾਹੇ ਦੂਸਰੇ ਐਨੀਮਲ ਨੇ, ਉਹ ਵੀ ਬਿਮਾਰੀ ਦਾ ਕਾਰਨ ਬਣ ਸਕਦੇ ਆ। ਇਸੇ ਤਰੀਕੇ ਨਾਲ ਹੁਣ ਦੇਖੋ ਤੁਹਾਡੇ ਆਪਣੇ ਅਫਰੀਕਨ ਸਵਾਈਨ ਫਲੂ ਜਿਹੜਾ ਫੀਵਰ ਫੈਲਿਆ ਹੋਇਆ ਹੈ ਉਧਰ ਅਸਾਮ ਵਾਲੇ ਪਾਸੇ, ਤਾਂ ਅਸਾਮ ਸਰਕਾਰ ਨੇ ਸਾਡੇ ਪਿੰਡ ਜਿਹੜੇ ਸੀ ਪਹਿਲਾਂ ਜਾਂਦੇ ਸੀ ਅਸਾਮ 'ਚ, ਨਾਗਾਲੈਂਡ 'ਚ ਜਾਂ ਕਿ ਦੂਜੇ ਸੂਬਿਆਂ ਦੇ ਵਿੱਚ, ਉਹ ਬੈਨ ਲਾ ਦਿੱਤੇ। ਕੋਈ ਵੀ ਸੂਬਾ ਆਪਣੇ ਪੂਰਾ ਬੈਨ ਔਰ ਚੈੱਕ ਪੋਸਟਾਂ ਲਾ ਸਕਦਾ ਟੂ ਪ੍ਰੋਟੈਕਟ ਆਪਣੇ ਪਸ਼ੂ ਧਨ ਨੂੰ ਪ੍ਰੋਟੈਕਟ ਕਰਨ ਵਾਸਤੇ। ਇਸ ਤਰੀਕੇ ਨਾਲ ਜਿਵੇਂ ਤੇਰੀ ਜਿਹੜੀ ਦੂਜੀ ਗੱਲ ਸੀ ਉਹ ਕੀ ਹੈਗੀ ਕਿ ਕੰਟਰੀ ਟੂ ਕੰਟਰੀ, ਹਰ ਕੰਟਰੀ 'ਚ ਐਨੀਮਲ ਨਹੀਂ ਜਾ ਸਕਦਾ। ਇਹ ਗੱਲ ਦੀ ਧਿਆਨ ਰੱਖਣੀ ਵੀ ਕਈ ਵਾਰੀ ਕਹਿੰਦੇ ਨੇ ਕਿ ਆਪਾਂ ਪਾਕਿਸਤਾਨ 'ਚੋਂ ਮੱਝ ਲੈ ਆਈਏ ਜਾਂ ਆਪਾਂ ਸਾਹੀਵਾਲ ਲੈ ਆਈਏ, ਉਹ ਨਹੀਂ। ਉਹ ਇਸ ਤਰੀਕੇ ਨਾਲ ਹੈ ਕਿ ਉਹ ਉੱਥੋਂ ਜੇ ਉਹ ਬਿਮਾਰੀ ਆ ਗਈ, ਮੰਨ ਲਓ ਕਈ ਵਾਰੀ ਉਹ ਬਿਮਾਰੀ ਆ ਜਾਂਦੀ ਆ ਜਿਹੜੀ ਸਾਡੇ ਤੋਂ ਕੰਟਰੋਲ ਨਹੀਂ ਹੋਣੀ, ਫਿਰ ਉਹਦਾ ਕੋਈ ਫਾਇਦਾ ਨਹੀਂ ਆਪਾਂ ਨੂੰ। ਇਸ ਕਰਕੇ ਸਾਨੂੰ ਉਸ ਜੇ ਮੁਲਕ 'ਚੋਂ ਲਿਆਉਣੀ ਪਹਿਲੀ ਗੱਲ ਤਾਂ ਅਲਾਓ ਨਹੀਂ ਹੈ। ਜੇ ਅਲਾਓ ਵੀ ਆ, ਜਿਵੇਂ ਜਰਮਨ 'ਚੋਂ ਬੁੱਲ ਆਇਆ ਤਾਂ ਪਹਿਲਾਂ ਉਹਨਾਂ ਨੂੰ ਏਅਰਪੋਰਟ 'ਤੇ ਕੁਆਰੰਟਾਈਨ ਕਰਨਾ ਪੈਂਦਾ ਜਿੱਥੋਂ ਉਹ ਆਏ ਨੇ,
ਚਾਹੇ ਕਲਕੱਤਾ ਚਾਹੇ ਮੁੰਬਈ, ਜੇ ਸ਼ਿਪਮੈਂਟ 'ਚ ਆਏ ਨਾ, ਜੇ 에ਅਰਪੋਰਟ ਰਾਹੀਂ ਆਏ, ਦਿੱਲੀ ਸਾਨੂੰ ਕੁਆਰੰਟਾਈਨ ਬਣਿਆ ਹੋਇਆ, ਉੱਥੋਂ 1.5 ਮਹੀਨਾ ਰੱਖ ਕੇ ਫਿਰ ਉਹਨੂੰ ਸੂਬੇ 'ਚ ਲਿਆਂਦਾ ਜਾਂਦਾ ਹੈ। ਸੂਬੇ 'ਚ ਵੀ ਉਹਨੂੰ ਵੱਖਰਾ ਕੁਆਰੰਟਾਈਨ ਕੀਤਾ ਜਾਂਦਾ ਹੈ ਤਾਂ ਜੋ ਕਿ ਉਹ ਚੈੱਕ ਕਰ ਲਈਏ ਕਿਤੇ ਕੋਈ ਬਿਮਾਰੀ ਤਾਂ ਨਹੀਂ ਆਈ। ਕਿਉਂਕਿ ਸਾਡਾ ਮੁਲਕ ਜਿਹੜਾ ਵਾ ਇਹ ਇਹੋ ਜਿਹਾ ਮੁਲਕ ਨਹੀਂਗਾ ਕਿ ਜਿਵੇਂ ਹੁਣ ਮੈਡ ਕਾਊ ਫੈਲੀ ਸੀਗੀ ਯੂਰਪੀਅਨ ਯੂਨੀਅਨ ਦੇ ਵਿੱਚ, ਉਹਨਾਂ ਸਾਰੇ ਐਨੀਮਲ ਸਲਾਟਰ ਕਰਤੇ, ਵੀ ਕੈਨ ਨਾਟ ਡੂ, ਆਪਾਂ ਕਰ ਨਹੀਂ ਸਕਣਾ। ਇਸ ਕਰਕੇ ਆਪਾਂ ਨੂੰ ਉਹ ਕੁਆਰੰਟਾਈਨ ਦੇ ਜਿਹੜੇ ਜ਼ਾਬਤੇ ਨੇ, ਚਾਹੇ ਉਹ ਜਿਹੜੇ ਜ਼ਾਬਤੇ ਮੁਲਕ ਤੋਂ ਮੁਲਕ ਵਾਲੇ, ਸੂਬੇ ਤੋਂ ਸੂਬੇ ਵਾਲੇ, ਉਹ ਆਪਾਂ ਨੂੰ ਅਪਣਾਉਣੇ ਪੈਣਗੇ। ਤੇ ਇਹ ਅਪਣਾਇਆ ਹੋਈ ਆਪਣਾ, ਕਿਉਂਕਿ ਸਾਡੇ ਕੋਲ ਕਈ ਸਟੇਟ ਇਸ ਤਰ੍ਹਾਂ ਦੇ ਆ ਜਾਣਗੇ, ਜੇ ਆ ਗਏ ਤਾਂ ਜਿਹੜੀ ਸਾਡੇ ਕੋਲ ਮੈਡੀਸਨ ਅਵੇਲੇਬਲ ਆ, ਸਾਡੇ ਕੋਲ ਸਕਿੱਲਜ਼ ਅਵੇਲੇਬਲ ਨੇ, ਸ਼ਾਇਦ ਉਹ ਕੰਟਰੋਲ ਨਾ ਕਰ ਪਾਉਣ। ਇਸ ਕਰਕੇ ਇਹ ਜਿਹੜੇ ਜ਼ਾਬਤੇ ਨੇ ਜਾਂ ਜਿਹੜੇ ਅਸੀਂ ਬੈਨ ਲਾਉਣੇ ਆ, ਇਹ ਜ਼ਰੂਰੀ ਨੇ ਔਰ ਇਹਦੇ ਕਰਕੇ ਆਪਾਂ ਨੂੰ ਬਚਾਅ ਵੀ ਰੱਖਣਾ ਚਾਹੀਦਾ ਔਰ ਰੱਖ ਰਹੇ ਹਾਂ। ਬਿਲਕੁਲ ਜੀ, ਉਮੀਦ ਹੈ ਤੁਹਾਨੂੰ ਵਿਸਤਾਰਪੂਰਵਕ ਜਾਣਕਾਰੀ ਮਿਲ ਗਈ ਹੋਏਗੀ। ਤੇ ਹੁਣ ਸਾਡੇ ਨਾਲ ਅਗਲੇ ਜਿਹੜੇ ਸਾਡੇ ਪਸ਼ੂ ਪਾਲਕ ਨੇ ਉਹ ਵੀ ਜੁੜ ਰਹੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਰ, ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਧਰਮਕੋਟ ਜ਼ਿਲ੍ਹਾ ਮੋਗਾ ਤੋਂ ਜੀ। ਹਾਂਜੀ, ਆਪਣਾ ਸਵਾਲ ਪੁੱਛੋ ਜੀ। ਹਾਂਜੀ ਸਰ, ਮੈਂ ਪਸ਼ੂਆਂ ਦਾ ਨਵਾਂ ਫਾਰਮ ਸ਼ੁਰੂ ਕਰਨਾ ਚਾਹੁੰਦਾ ਜੀ, ਤੇ ਉਹਦੇ ਵਾਸਤੇ ਪੁੱਛਣਾ ਸੀਗਾ ਮੈਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਾਂ ਤਾਂ ਜੋ ਮੇਰਾ ਜਿਹੜਾ ਹੈਗਾ ਵਧੀਆ ਆਪਾਂ ਡੇਅਰੀ ਦਾ ਫਾਰਮ ਜਿਹੜਾ ਵਧੀਆ ਚਲਾ ਸਕੀਏ। ਹਾਂ, ਧੰਨਵਾਦ ਮਨਜੀਤ। ਨਵੇਂ ਫਾਰਮਰ ਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਸਾਨੂੰ ਇਹਦੀ ਤਤਪਰਤਾ, ਜਾਗਰੂਕਤਾ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਨਵੇਂ ਫਾਰਮ ਦੇ ਖਾਸ ਕਰਕੇ ਜਿਹੜਾ ਫਾਰਮ ਬਣਾਉਣਾ, ਜਿੱਥੇ ਉਹਦੀ ਲੋਕੇਸ਼ਨ ਕੀ ਆ, ਉਹਦੀ ਲੋਕੇਸ਼ਨ ਕੋਈ ਵੀ, ਜਿਵੇਂ ਪਹਿਲਾਂ ਗੱਲ ਕੀਤੀ ਆ, ਕੋਈ ਆਲੇ ਦੁਆਲੇ ਗੰਦੀ ਚੀਜ਼ ਆ, ਕੋਈ ਗੰਦਾ ਕਾਰਖਾਨਾ ਹੈ, ਜਿਵੇਂ ਕੋਈ ਆਪਣੇ ਨਾਲਾ ਲੰਘਦਾ ਗੰਦਾ, ਆਪਾਂ ਉੱਥੇ ਕੰਢੇ 'ਤੇ ਬਣਾ ਲੈਂਦੇ ਆ, ਜਾਂ ਆਪਣਾ ਛੱਪੜਾ ਉਹਦੇ ਕੰਢੇ 'ਤੇ ਬਣਾ ਲੈਂਦੇ ਆ। ਪਿੰਡੋਂ ਬਾਹਰ ਬਣਾਈਏ ਜਿੱਥੇ ਡਿਸਪੋਜ਼ਲ ਦਾ ਉੱਥੇ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ ਮਲ ਮੂਤਰ ਜਿਹੜਾ ਵਾ ਡਿਸਪੋਜ਼ ਕਰਨਾ ਪੈਣਾ ਹੈ। ਹੁਣ ਨਵੀਆਂ ਗਾਈਡਲਾਈਨਾਂ ਜਿਹੜੀਆਂ ਭਾਰਤ ਸਰਕਾਰ ਵੱਲੋਂ ਲਾਗੂ ਕੀਤੀਆਂ ਜਾਣਗੀਆਂ, ਉਹਦੇ 'ਚ ਇਹੀ ਕਿਹਾ ਜਾ ਰਿਹਾ ਹੈ ਕਿ ਪਿੰਡ ਦੀ ਫਿਰਨੀ ਤੋਂ ਬਾਹਰ 200 ਗਜ, ਸ਼ਹਿਰ ਦੀ ਫਿਰਨੀ ਤੋਂ ਬਾਹਰ 500 ਗਜ, ਰੇਲਵੇ ਲਾਈਨ ਤੋਂ, ਹੱਡਾ ਰੋੜੀ ਤੋਂ ਸਾਰੇ 500 ਗਜ ਦੂਰ ਸਾਨੂੰ ਫਾਰਮ ਬਣਾਉਣੇ ਪੈਣਗੇ। ਔਰ ਦੂਜੀ ਗੱਲ ਜਿਹੜੀ ਮੈਂ ਗੱਲ ਕਰਨਾ ਕਿ ਜੇ ਇਹ ਸ਼ੈੱਡ ਦੀ ਲੋਕੇਸ਼ਨ ਤੋਂ ਬਾਅਦ ਜੋ ਲੋਕੇਸ਼ਨਾਂ ਆਪਾਂ ਦਿੱਤੀਆਂ ਹੋਈਆਂ ਡਿਜ਼ਾਈਨ 'ਚ, ਤੁਹਾਨੂੰ ਪਤਾ ਹੀ ਆ ਕਿ ਈਸਟ ਤੋਂ ਵੈਸਟ ਜਿਹੜਾ ਉਹਦੀ ਲੰਬੀ ਧੁਰੀ, ਜਿਹੜੀ ਪੱਠੀ ਦਾ ਖੁਰਲੀ ਦਾ ਮੂੰਹ ਜਿਹੜਾ ਉੱਤਰ ਵਾਲੇ ਪਾਸੇ ਚਾਹੀਦਾ, ਤਾਂ ਜੋ ਕਿ ਵੈਂਟੀਲੇਸ਼ਨ ਤੇ ਉਹਦੀ ਜਿਹੜੀ ਸਨ ਦੀ ਲਾਈਟ ਆ ਸਿੱਧੀ ਅੰਦਰ ਜਾ ਸਕੇ ਤੇ ਜਿਹੜਾ ਸ਼ੈੱਡ ਆ ਮੌਕੇ ਵੇਲੇ ਡਰਾਈ ਰਹਿ ਸਕੇ, ਕੰਟੈਮੀਨੇਸ਼ਨ ਜਾਂ ਜਿਹੜੀ ਕਿ ਵਿਸ਼ਾਣੂ ਪੈਦਾ ਨਾ ਹੋ ਸਕਣ। ਦੂਜੀ ਗੱਲ ਜੋ ਆਪਾਂ ਪਹਿਲਾਂ ਗੱਲ ਕਰਦੀ ਮਨਜੀਤ, ਉਹ ਹੈ ਕਿ ਪਸ਼ੂ ਖਰੀਦਣ ਵੇਲੇ ਪੂਰਾ ਜ਼ੋਰ ਲਾ ਦਿਓ, ਕਿਤੇ ਇਹ ਨਾ ਹੋਵੇ ਕਿ ਪਸ਼ੂ ਆਪਾਂ ਉਹ ਲੈ ਲਈਏ ਜਿਹੜਾ ਕੰਟੈਮੀਨੇਟਡ ਹੋਵੇ ਤੇ ਉਹ ਆ ਕੇ ਇੱਥੇ ਦੂਜਿਆਂ ਨੂੰ ਪਸ਼ੂ ਕਰੇ। ਇੱਕ ਆਪਾਂ ਬੜੀ ਗਲਤੀ ਕਰ ਰਹੇ ਆ, ਅਸੀਂ ਨੈਚੁਰਲ ਸਰਵਿਸ ਤੇ ਅਜੇ ਵੀ ਤੁਰੇ ਫਿਰਦੇ ਹਾਂ, ਮੱਝਾਂ 'ਚ ਖਾਸ ਕਰਕੇ। ਜੇ ਇੱਕ ਝੋਟੇ ਨੂੰ ਕਿਤੇ ਬਰੂਸੀਲੋਸ ਹੋਇਆ ਤਾਂ ਸਾਰੇ ਪੰਜਾਬ ਜਿਹੜਾ ਤੁਹਾਡੇ ਪਿੰਡ ਦਾ ਜਿਹੜਾ ਤੁਹਾਡਾ ਜਿਹੜੇ ਮੱਝਾਂ ਨੇ ਉਹਨੂੰ ਨੁਕਸਾਨ ਕਰੂਗਾ। ਇਸ ਕਰਕੇ ਨੈਚੁਰਲ ਸਰਵਿਸ ਨੂੰ ਉਦੋਂ ਕਰਵਾਓ ਜਦੋਂ ਤੁਹਾਨੂੰ ਬੁੱਲ ਦੀ ਕੁਆਲਿਟੀ ਬਾਰੇ ਕਿ ਉਹਦਾ ਬਰੂਸੀਲੋਸਿਸ ਫਰੀ ਹੈ, ਉਹਦਾ ਆਈਵੀਆਰ ਫਰੀ ਹੈ। ਜੇ ਉਹ ਆਈਵੀਆਰ ਤੇ ਫਰੀ ਨੇ ਦੈਨ ਉਹਦੀ ਫਿਰ ਆਪਾਂ ਉਦੋਂ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਬਟ ਜੇ ਆਪਾਂ ਰਿਸਟ੍ਰਿਕਟ ਕਰੀਏ ਤੇ ਆਪਾਂ AI ਕਰਾਈਏ ਤਾਂ ਉਹਦੇ ਨਾਲ ਸ਼ਾਇਦ ਆਪਾਂ ਨੂੰ ਰਿਜ਼ਲਟ ਵਧੀਆ ਆਉਣਗੇ। ਤੀਜੀ ਗੱਲ ਜਿਹੜੀ ਨਵੇਂ ਫਾਰਮਰ ਵਾਸਤੇ ਇਹੀ ਹੈ ਕਿ ਤੁਸੀਂ ਆਪਾਂ ਸਾਰੇ ਸਾਈਲੇਜ ਪਾ ਰਹੇ ਆ, ਪਰ ਸਾਈਲੇਜ ਦਾ ਥੋੜ੍ਹਾ ਜਿਹਾ ਆਪਾਂ ਦੇਖਣਾ ਪਊਗਾ ਕਿ ਕੀ ਉਹਦੀ ਕੰਪੈਕਟਨੈਸ ਸਹੀ ਆ, ਕੀ ਉਹਦੇ ਵਿੱਚ ਐਰੋਬਿਕ ਕੰਡੀਸ਼ਨ ਦੇ ਨਾਲ ਸਹੀ ਚਾਰ ਬਣਿਆ। ਜੇ ਆਚਾਰ ਸਹੀ ਬਣਿਆ ਤੇ ਕਈ ਵਾਰੀ ਆਪਾਂ ਲਾਲਚ ਕਰਦੇ, ਲਾਲਚ ਬਸੋਂ ਥੱਲੇ ਵਾਲਾ ਥੋੜ੍ਹਾ ਬਹੁਤਾ ਗਲ ਵੀ ਜਾਂਦਾ। ਮੈਂ ਨਹੀਂ ਕਹਿੰਦਾ ਕਿ ਉਹ ਸਾਰਾ ਸਹੀ ਵੀ ਹੁੰਦਾ, ਉਹਨੂੰ ਪਸ਼ੂਆਂ ਨੂੰ ਨਾ ਪਾਓ। ਖੁਰਲੀ ਜਿਹੜੀ ਆ ਉਹਦੀ ਮੈਂ ਗੱਲ ਕਰ ਚੁੱਕਾ, ਪਰ ਆਮ ਤੌਰ 'ਤੇ ਟੋਕੇ ਦੇ ਵਿੱਚ ਆਪਾਂ 2-3 ਦਿਨ ਦਾ ਟੋਕਾ ਕੁਤਰ ਕੇ ਰੱਖ ਲੈਂਦੇ ਆ। ਉਹ ਟੋਕੇ ਦੇ ਵਿੱਚ ਵੀ ਜਿਹੜਾ ਹਰੇ ਚਾਰੇ 'ਚ ਫੰਗਸ ਲੱਗਣ ਦਾ ਖਤਰਾ ਹੈ, ਇਸ ਕਰਕੇ ਉਹ ਤੋਂ ਵੀ ਆਪਾਂ ਨੂੰ ਬਚਾਅ ਕਰਨਾ ਪਊਗਾ। ਵੱਡੀ ਗੱਲ ਜਿਹੜੀ ਉਹਦੇ 'ਚ ਇਹ ਹੈ ਕਿ ਆਪਾਂ ਨੂੰ ਸਾਰੀਆਂ ਬਾਇਓਸਿਕਿਉਰਿਟੀ ਦੇ ਨਾਲ ਪਸ਼ੂਆਂ ਦੀ ਜਿਹੜੀ ਸਿਹਤ ਸੰਭਾਲ ਆ, ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜਾ ਇਲਾਜ ਹੈ, ਇਲਾਜ ਨਾਲੋਂ ਪਰਹੇਜ਼ ਚੰਗਾ ਹੈ। ਪਰਹੇਜ਼ ਰੱਖ ਕੇ ਹੀ ਆਪਾਂ ਉਹ ਕਰ ਸਕਦੇ ਹਾਂ, ਇਲਾਜ ਤੇ ਜਾਣਾ ਹੀ ਨਾ ਪਵੇ ਬੰਦੇ ਨੂੰ। ਇਸ ਕਰਕੇ ਆਪਾਂ ਨੂੰ ਉਹਨਾਂ ਸਾਰੀਆਂ ਗੱਲਾਂ ਖਿਆਲ ਰੱਖਣ ਦੇ ਨਾਲ ਇਹ ਵੇਖਣਾ ਚਾਹੀਦਾ ਹੈ ਕਿ ਜੇ ਮੈਂ ਫਾਰਮ ਚਲਾਉਣਾ ਹੈ, ਮੇਰੇ ਫਾਰਮ ਦੇ ਦੁੱਧ ਦੀ ਕੁਆਲਿਟੀ ਦੂਜੇ ਦੇ ਫਾਰਮ ਦੇ ਦੁੱਧ ਦੀ ਕੁਆਲਿਟੀ ਚੰਗੀ ਹੋਊਗੀ ਤਾਂ 4 ਪੈਸੇ ਆਪਣੇ ਪੱਲੇ ਪੈਣਗੇ, ਤੇ ਨਹੀਂ ਤਾਂ ਫਿਰ ਉਹ ਜਿਹੜਾ ਦੜੇ ਦਾ ਦੁੱਧ ਹੈ ਉਹਦਾ ਤਾਂ ਇੱਕੋ ਹੀ ਭਾਅ ਲੱਗਣਾ ਹੈ। ਤੇ ਆਪਾਂ ਨੂੰ ਵਧੀਆ ਕੁਆਲਿਟੀ ਦੁੱਧ ਪੈਦਾ ਕਰਕੇ ਮਾਰਕੀਟ ਨੂੰ ਗ੍ਰੈਬ ਕਰਨਾ ਪਊਗਾ ਤਾਂ ਆਪਾਂ ਕਾਮਯਾਬ ਹੋਵਾਂਗੇ। ਨਵੇਂ ਫਾਰਮਰ ਵਾਸਤੇ ਮੇਰੀਆਂ ਇਹੀ ਨਸੀਹਤਾਂ ਨੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਵਾਲ ਦੇ ਲਈ। ਇੱਥੇ ਵੇਲਾ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਅਗਾਂਹ ਵਧੂ ਪਸ਼ੂ ਪਾਲਕ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਤੇ ਅਗਾਂਹ ਵਧੂ ਪਸ਼ੂ ਪਾਲਕ ਕੌਣ ਹੁੰਦਾ ਹੈ? ਅਗਾਂਹ ਵਧੂ ਪਸ਼ੂ ਪਾਲਕ ਉਹ ਹੁੰਦਾ ਜੋ ਆਪਣੀ ਅਗਾਂਹ ਵਧੂ ਸੋਚ ਦੇ ਨਾਲ ਬਾਕੀ ਕਿਸਾਨਾਂ ਲਈ, ਪਸ਼ੂ ਪਾਲਕਾਂ ਲਈ ਚਾਨਣ ਮੁਨਾਰਾ ਬਣਦਾ ਹੈ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ।
ਪੰਜਾਬ ਵਿੱਚ ਚਿੱਟੀ ਕ੍ਰਾਂਤੀ ਲਿਆਉਣ ਦੇ ਮਕਸਦ ਨਾਲ ਪੰਜਾਬ ਦੇ ਕਿਸਾਨ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਵਜੋਂ ਅੱਜਕੱਲ ਡੇਅਰੀ ਫਾਰਮਿੰਗ ਦਾ ਕਿੱਤਾ ਬੜੇ ਸ਼ੌਕ ਨਾਲ ਕਰ ਰਹੇ ਨੇ ਤੇ ਇਸ ਧੰਦੇ ਵਿੱਚ ਪਿਛਲੇ 2 ਸਾਲਾਂ ਤੋਂ ਆਪਣੀ ਪੂਰੀ ਆਰਥਿਕ ਤੰਗੀ ਤੋਂ ਭਰਿਆਏ ਜਗਰਾਉਂ ਦੇ ਪਿੰਡ ਚੌਂਕੀਮਾਨ ਦਾ ਕਿਸਾਨ ਦਵਿੰਦਰ ਸਿੰਘ ਤੇ ਇਸ ਕਿਸਾਨ ਨੇ ਪਿਛਲੇ 2 ਸਾਲਾਂ ਵਿੱਚ ਡੇਅਰੀ ਫਾਰਮਿੰਗ ਦਾ ਆਪਣਾ ਫਾਰਮ ਹਾਊਸ ਵੀ ਬਣਾ ਲਿਆ ਤੇ 5 ਪਸ਼ੂਆਂ ਦੀ ਗਿਣਤੀ ਤੋਂ ਵਧਾ ਕੇ 50 ਕਰ ਲਈਏ। ਅਸੀਂ ਮਤਲਬ ਡੈਰੀ ਦੇ ਧੰਦੇ ਨਾਲ 2018 ਤੋਂ ਜੁੜੇ ਹੋਏ ਆ। ਪਹਿਲਾਂ ਅਸੀਂ ਮਤਲਬ ਘਰ ਵਾਸਤੇ ਪਸ਼ੂ ਰੱਖਦੇ ਸੀਗੇ ਥੋੜ੍ਹੇ, ਉਸ ਤੋਂ ਬਾਅਦ ਅਸੀਂ ਇਹ ਫਾਰਮ ਬਣਾਇਆ ਤਕਰੀਬਨ 2 ਸਾਲ ਪਹਿਲਾਂ 18 'ਚ ਤੇ ਅਸੀਂ ਇਹਦੇ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ, ਡਾਕਟਰ ਵਗੈਰਾ ਨੂੰ ਮਿਲੇ। ਜਾਣਕਾਰੀ ਤੋਂ ਬਾਅਦ ਅਸੀਂ ਪਸ਼ੂ ਮਤਲਬ ਵਧਾਏ ਤੇ ਆਪਣਾ ਦੁੱਧ ਪੈਦਾ ਕਰਨ ਲੱਗੇ। ਕਿਸਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ 80 ਫੀਡ ਦੀ ਹੀ ਵਰਤੋਂ ਕੀਤੀ ਜਾਵੇ ਤੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਖਾਲੀ ਬੋਰੀਆਂ ਦੀ ਵਰਤੋਂ ਨਾ ਕੀਤੀ ਜਾਵੇ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਮੈਂ ਵੀ ਆਪਣੇ ਫਾਰਮ ਦੇ ਵਿੱਚ ਮਤਲਬ ਜੇ ਕੋਈ ਵੀ ਅੰਦਰ ਐਂਟਰੀ ਕਰਨੀ ਆ ਤਾਂ ਉਹਦੇ ਬਕਾਇਦਾ ਉਹਨੂੰ ਸੈਨੀਟਾਈਜ਼ਰ ਵਗੈਰਾ ਕਰਕੇ ਤਾਂ ਹੀ ਐਂਟਰ ਹੋਣ ਦਿੱਤਾ ਜਾਵੇ। ਬਾਕੀ ਜਿਹੜੇ ਇਹਦੇ ਫੀਡ ਦੇ ਗੱਟੇ ਵਗੈਰਾ ਹੈਗੇ ਨੇ ਖਾਲੀ ਗੱਟੇ, ਇਹਨਾਂ ਨੂੰ ਮਤਲਬ ਵੇਸਟੇਜ ਨੂੰ ਇਹਨੂੰ ਪਾਸੇ ਕਰਿਆ ਜਾਵੇ ਇੱਕ ਸਾਈਡ ਤੇ ਦੂਜਾ ਜਿਹੜਾ ਹੈਗਾ ਵਾ ਪਸ਼ੂ ਦੇ ਜਿਹੜੇ ਟੈਸਟ ਵਗੈਰਾ ਹੈਗੇ ਬਰੂਸੀ ਵਗੈਰਾ ਦੇ, ਉਹਨਾਂ ਨੂੰ ਤੁਸੀਂ ਸਮੇਂ ਅਨੁਸਾਰ ਕਰਾਉਂਦੇ ਰਹਿਣਾ ਚਾਹੀਦਾ। ਡੀਵਾਰਮਿੰਗ ਦਾ ਵੀ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ। ਇਸ ਮੌਕੇ ਨੈਸਲੇ ਕੰਪਨੀ ਦੇ ਡਾਕਟਰ ਤੁੰਗ ਨੇ ਵੀ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ-ਸਮੇਂ ਤੇ ਵੈਕਸੀਨ ਕਰਵਾਇਆ ਕਰਨ। ਮੈਂ ਕਿਸਾਨ ਵੀਰਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਬਾਇਓਸਿਕਿਉਰਿਟੀ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ। ਸਾਡੇ ਕਿਸਾਨ ਵੀਰ ਕਈ ਵਾਰੀ ਇਸ ਚੀਜ਼ ਨੂੰ ਲਾਈਟਲੀ ਲੈ ਜਾਂਦੇ ਨੇ, ਪਰ ਇਹਦੇ ਨਾਲ ਜਿਹੜੇ ਪਸ਼ੂਆਂ ਨੂੰ ਬਹੁਤ ਭਾਰੀ ਨੁਕਸਾਨ ਹੋ ਸਕਦਾ। ਕਈ ਵਾਰੀ ਤਾਂ ਸਾਡਾ ਜੋ ਫਾਰਮ ਆ ਉਹ ਵਿਹਲਾ ਹੋ ਜਾਂਦਾ। ਸੋ ਇਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਕੋਈ ਚਾਹੇ ਅਸੀਂ ਨੈਸਲੇ ਵੱਲੋਂ ਸਾਡਾ ਕੋਈ ਵੀ ਟੈਂਕਰ ਆਉਂਦਾ ਜਾਂ ਅਸੀਂ ਕੋਈ ਮੈਡੀਸਿਨ ਵੀ ਦਿੰਦੇ ਆ ਤੇ ਅਸੀਂ ਬਿਲਕੁਲ ਫਾਰਮ ਦੇ ਅੰਦਰ ਨਹੀਂ ਜਾਂਦੇ, ਔਰ ਜੇ ਅਸੀਂ ਫਾਰਮ ਦੇ ਅੰਦਰ ਜਾਣਾ ਵੀ ਆ ਤੇ ਅਸੀਂ ਪੂਰਾ ਸ਼ੂ ਕਵਰ ਪਹਿਨ ਕੇ ਔਰ ਪੂਰਾ ਇਹਨਾਂ ਚੀਜ਼ਾਂ ਦਾ ਖਿਆਲ ਰੱਖੀਦਾ। ਸੋ ਜਗਰਾਉਂ ਦੇ ਪਿੰਡ ਚੌਂਕੀਮਾਨ ਦੇ ਕਿਸਾਨ ਦਵਿੰਦਰ ਸਿੰਘ ਨੇ ਜਿੱਥੇ ਇਸ ਡੇਅਰੀ ਫਾਰਮਿੰਗ ਦੇ ਧੰਦੇ ਤੋਂ ਚੋਖੀ ਕਮਾਈ ਕੀਤੀ ਹੈ, ਉੱਥੇ ਹੀ ਹੋਰ ਦਾ ਕਿਸਾਨਾਂ ਨੂੰ ਵੀ ਡੇਅਰੀ ਫਾਰਮਿੰਗ ਦੇ ਧੰਦੇ ਵੱਲ ਆਉਣ ਲਈ ਪ੍ਰੇਰਿਤ ਕੀਤਾ ਹੈ। ਜਗਰਾਉਂ ਤੋਂ ਹੇਮਰਾਜ ਬੱਬਰ ਦੀ ਰਿਪੋਰਟ। ਭਾਈ ਤੁਹਾਡੀ ਅਗਾਂਹਵਧੂ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਪਸ਼ੂਆਂ ਦਾ ਰੱਖੋ ਧਿਆਨ ਲੈ ਕੇ ਜੀਵ ਸੁਰੱਖਿਆ ਦਾ ਗਿਆਨ, ਉਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉੱਤੇ ਮੁੜ ਤੋਂ ਝਾਤ ਪਾਉਂਦੇ ਹਾਂ। ਅੱਜ ਦੇ ਅਸੀਸ ਡੇਅਰੀ ਫਾਰਮ ਹੈਲਪਲਾਈਨ ਪ੍ਰੋਗਰਾਮ ਵਿੱਚ ਇੰਨਾ ਹੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ, ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਿਕਲ ਜੀ ਤੁਹਾਡਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ। ਤੇ ਅਗਲੇ ਹਫਤੇ ਦਾ ਸਾਡਾ ਵਿਸ਼ਾ ਹੈ ਪਸ਼ੂਆਂ ਵਿੱਚ ਟੀਕਾਕਰਨ ਅਤੇ ਮਲਾਪਰਹਿਤ ਕਰਨ ਦੀ ਮਹੱਤਤਾ, ਜਿਸ ਮੁਤਲਕ ਜੋ ਵੀ ਤੁਹਾਡੇ ਸਵਾਲ ਨੇ ਉਹ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ 8699037369, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ ਤੇ ਨਾਲ ਹੀ ਵੇਖਣਾ ਨਾ ਭੁੱਲਿਓ ਅਸੀਸ ਡੇਅਰੀ ਫਾਰਮ ਹੈਲਪਲਾਈਨ ਪਾਵਰਡ ਬਾय KSA Straw Reaper, a product of KS Group, Malerkotla। ਦਿਓ ਇਜਾਜ਼ਤ, ਰੱਬ ਰੱਖਾ।